ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੈਸ ਟਿਊਟਰ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਡਿਸਕਸ ਕਰਾਂਗੇ ਕਲਾਸ 8 ਦਾ ਸਾਇੰਸ ਦਾ ਇੰਪੋਰਟੈਂਟ ਸੈਂਪਲ ਪੇਪਰ ਐਂਡ ਇੰਪੋਰਟੈਂਟ ਕੁਐਸਚਨ ਜਿਹੜੇ ਤੁਹਾਡੇ ਐਗਜ਼ਾਮ ਦੇ ਵਿੱਚ ਤੁਹਾਨੂੰ ਦੇਖਣ ਨੂੰ ਜ਼ਰੂਰ ਮਿਲਣਗੇ। ਇਹ ਹੈ ਜੀ ਸਾਡੇ ਕੋਲ ਸਾਇੰਸ ਦਾ ਇੰਪੋਰਟੈਂਟ ਜਿਹੜਾ ਸੈਂਪਲ ਪੇਪਰ। ਇਹ ਇੰਗਲਿਸ਼ ਦੇ ਵਿੱਚ ਹੈ, ਪਰ ਮੈਂ ਤੁਹਾਨੂੰ ਇੰਗਲਿਸ਼ ਐਂਡ ਪੰਜਾਬੀ ਦੋਨਾਂ ਦੇ ਵਿੱਚ ਇਹਨੂੰ ਸੋਲਵ ਕਰਕੇ ਅਸੀਂ ਰੱਖਿਆ ਹੋਇਆ। ਸੋ ਜਿਨ੍ਹਾਂ ਸਟੂਡੈਂਟ ਨੇ ਮੇਰਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਜਲਦੀ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਉਹਨਾਂ ਤੱਕ ਜਲਦੀ ਪਹੁੰਚ ਜਾਵੇ। ਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਕਮੈਂਟ ਤੁਸੀਂ ਜਰੂਰ ਕਰਕੇ ਦੱਸਿਓ ਕਿ ਤੁਹਾਨੂੰ ਵੀਡੀਓ ਜਿਹੜੀ ਆ ਕਿਸ ਤਰ੍ਹਾਂ ਦੀ ਲੱਗੀ। ਸੋ ਚਲੋ ਜੀ ਫਿਰ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ। ਸਾਇੰਸ ਫਸਟ ਫਿਲਿੰਗ ਦੀ ਬਲੈਂਕਸ ਆਪਣੇ ਕੋਲ ਕੰਜ਼ਰਵੇਸ਼ਨ ਆਫ ਫਿਸ਼ ਪ੍ਰੋਡਕਸ਼ਨ ਇਜ਼ ਕਾਲਡ। ਮੱਛੀ ਉਤਪਾਦਨ ਅਤੇ ਸਾਂਭ ਸੰਭਾਲ ਨੂੰ ਕੀ ਕਹਿੰਦੇ ਹਨ? ਇੰਗਲਿਸ਼ ਵਿੱਚ ਨੂੰ ਕਹਿੰਦੇ ਆ ਪਾਈਸੀਕਲਚਰ, ਪੰਜਾਬੀ ਚ ਕਹਿੰਦੇ ਨੇ ਮੱਛੀ ਪਾਲਣ। ਨੈਕਸਟ ਕੁਐਸਚਨ ਆਪਣੇ ਕੋਲ ਫੁੰਗੀ ਲਾਈਕ ਡੈਸ਼ ਸਪਾਇਲ ਫੂਡ। ਸੋ ਆਨਸਰ ਹੈ ਜੀ ਇਹਦਾ ਐਸਪਰਗਿਲਸ, ਪੰਜਾਬੀ ਵਿੱਚ ਵੀ ਇਸ ਨੂੰ ਐਸਪਰਜਿਲਸ ਹੀ ਕਹਿੰਦੇ ਨੇ। ਨੈਕਸਟ ਇਨ ਹਿਊਮਨ ਫਰਟੀਲਾਈਜੇਸ਼ਨ ਇਜ਼ ਇੰਟਰਨਲ। ਮਨੁੱਖ ਦੇ ਵਿੱਚ ਨਿਸ਼ੇਚਨ ਕਿਰਿਆ ਕੀ ਹੁੰਦੀ ਹੈ? ਅੰਦਰੂਨੀ। ਨੈਕਸਟ ਕੁਐਸਚਨ ਗ੍ਰੈਵਿਟੇਸ਼ਨਲ ਫੋਰਸ ਇਜ਼ ਅ ਨॉन ਕੰਟੈਕਟ ਫੋਰਸ। ਇੱਥੇ ਫਿਲਿੰਗ ਦੀ ਬਲੈਂਕਸ ਆ ਵੀ ਜਿਹੜੀ ਗ੍ਰੈਵਿਟੇਸ਼ਨਲ ਫੋਰਸ ਆ ਕਿਹੜੀ ਹੁੰਦੀ ਹੈ? ਨॉन ਕੰਟੈਕਟ ਫੋਰਸ ਹੁੰਦੀ ਆ। ਪੰਜਾਬੀ ਵਿੱਚ ਅਸੀਂ ਕਹਿ ਦਿੰਦੇ ਹਾਂ ਇਹਨੂੰ ਗੁਰਤਾਕਰਸ਼ਣ ਬਲ। ਇੱਕ ਕਿਹੜਾ ਬਲ ਹੈ? ਗੈਰ ਸੰਪਰਕ ਬਲ ਹੈ। ਨੈਕਸਟ ਕੁਐਸਚਨ ਆਪਣੇ ਕੋਲ ਇਸ ਦਾ ਹੋਟੈਸਟ ਪਾਰਟ ਆਫ ਦਾ ਫਲੇਮ। ਡੈਸ਼ ਜਿਹੜਾ ਲਾਟ ਦਾ ਸਭ ਤੋਂ ਗਰਮ ਭਾਗ ਹੁੰਦਾ ਹੈ। ਸੋ ਰਾਈਟ ਆਨਸਰ ਇਜ਼ ਆਊਟਰ ਮੋਸਟ, ਪੰਜਾਬੀ ਜਿਹਨੂੰ ਕਹਿੰਦੇ ਨੇ ਅਸੀਂ ਸਭ ਤੋਂ ਬਾਹਰੀ ਖੇਤਰ। ਨੈਕਸਟ ਕੁਐਸਚਨ ਮਾਈਗ੍ਰੇਟਰੀ ਬਰਡਸ ਕਮ ਟੂ ਇੰਡੀਆ ਇਨ ਡੈਸ਼ ਸੀਜ਼ਨ। ਆਨਸਰ ਹੈ ਜੀ ਇਹਦਾ ਵਿੰਟਰ ਸੀਜ਼ਨ। ਪ੍ਰਵਾਸੀ ਪੰਛੀ ਭਾਰਤ ਵਿੱਚ ਕਿਹੜੀ ਰੁੱਤ ਵਿੱਚ ਆਉਂਦੇ ਹਨ? ਸਰਦ ਰੁੱਤ ਦੇ ਵਿੱਚ। ਨੈਕਸਟ ਕੋਪਰ ਐਂਡ ਬਰਾਸ ਵੈਸਲ ਆਰ ਕੋਟਡ ਵਿਦ। ਕਾਪਰ ਅਤੇ ਬਰਾਸ ਦੇ ਬਰਤਨਾਂ ਤੇ ਡੈਸ਼ ਦੀ ਪਰਤ ਚੜਾਈ ਜਾਂਦੀ ਹੈ। ਟਿਨ ਦੀ ਪਰਤ ਇਹਨੂੰ ਚੜਾਈ ਜਾਂਦੀ ਹੈ, ਪੰਜਾਬੀ ਵਿੱਚ ਵੀ ਇਹਨੂੰ ਟਿਨ ਕਹਿ ਦਿੰਦੇ ਨੇ। ਨੈਕਸਟ ਵੈਨ ਵਨ ਟਾਈਪ ਆਫ ਪਲਾਂਟ ਇਜ਼ ਗਰੋਨ ਇਨ ਅ ਫੀਲਡ ਇਟ ਇਜ਼ ਕਾਲਡ। ਕਹਿੰਦਾ ਜਦੋਂ ਖੇਤ ਵਿੱਚ ਇੱਕੋ ਕਿਸਮ ਦੇ ਪੌਦੇ ਉਗਾਏ ਜਾਂਦੇ ਹਨ ਤਾਂ ਉਸ ਨੂੰ ਕੀ ਕਹਿੰਦੇ ਹਨ? ਤਾਂ ਉਸ ਨੂੰ ਕਹਿੰਦੇ ਨੇ ਜੀ ਪੰਜਾਬੀ ਦੇ ਵਿੱਚ ਫਸਲ, ਇੰਗਲਿਸ਼ ਵਿੱਚ ਕਹਿੰਦੇ ਨੇ ਇਹਨੂੰ ਕਰੋਪ। ਨੈਕਸਟ ਆਪਣੇ ਕੋਲ 9th ਨੰਬਰ ਤੇ ਡੈਸ਼ ਕੈਨ ਬੀ ਸੀਨ ਵਿਦ ਦਾ ਹੈਲਪ ਆਫ ਮਾਈਕਰੋਸਕੋਪ। ਡੈਸ਼ ਨੂੰ ਸੂਖਮਦਰਸ਼ੀ ਯੰਤਰ ਦੀ ਸਹਾਇਤਾ ਨਾਲ ਦੇਖਿਆ ਜਾ ਸਕਦਾ ਹੈ। ਸੋ ਆਨਸਰ ਹੈ ਜੀ ਇਹਦਾ ਮਾਈਕਰੋ ਆਰਗੈਨਿਜ਼ਮ ਯਾਨੀ ਸੂਖਮ ਜੀਵਾਂ ਨੂੰ। ਨੈਕਸਟ ਡੈਸ਼ ਗੈਸ ਇਜ਼ ਨੈਸੈਸਰੀ ਫॉर ਕੰਬਸ਼ਨ। ਡੈਸ਼ ਜਿਹੜੀ ਆ ਬਲਣ ਦੇ ਲਈ ਜ਼ਰੂਰੀ ਹੈ। ਪੰਜਾਬੀ ਜਿਹਨੂੰ ਕਹਿੰਦੇ ਨੇ ਆਕਸੀਜਨ ਗੈਸ ਜਾਂ ਹਵਾ, ਤੇ ਇੰਗਲਿਸ਼ ਕਹਿ ਦਿੰਦੇ ਆ ਆਕਸੀਜਨ ਗੈਸ ਔਰ 에ਅਰ। ਨੈਕਸਟ ਆਪਣੇ ਕੋਲ ਟਰੂ ਫਾਲਸ। ਇਹਦੇ ਵੀ ਅਸੀਂ ਪੰਜਾਬੀ ਦੇ ਤੇ ਇੰਗਲਿਸ਼ ਦੋਨਾਂ ਵਿੱਚ ਦੇਖ ਲੈਂਦੇ ਆ। ਲੋਮੀ ਸੋਇਲ ਇਜ਼ ਗੁੱਡ ਫॉर ਪਲਾਂਟ ਗਰੋਥ। ਦੋਮਤ ਮਿੱਟੀ ਪੌਦਿਆਂ ਦੇ ਵਿਕਾਸ ਲਈ ਚੰਗੀ ਹੈ। ਟਰੂ। ਨੈਕਸਟ ਆਲ ਲਿਵਿੰਗ ਥਿੰਗਸ ਕੈਨ ਬੀ ਸੀਨ ਵਿਦ ਦਾ ਨੇਕਡ ਆਈ। ਸਾਰੀਆਂ ਜੀਵਤ ਚੀਜ਼ਾਂ ਨੰਗੀ ਅੱਖ ਨਾਲ ਵੇਖੀਆਂ ਜਾ ਸਕਦੀਆਂ ਹਨ। ਇਹ ਜੀ ਆਪਣੇ ਕੋਲ ਫਾਲਸ। ਨੈਕਸਟ ਈਚ ਸਪਰਮ ਇਜ਼ ਮੇਡ ਅਪ ਆਫ ਵਨ ਸੈੱਲ। ਹਰੇਕ ਸ਼ੁਕਰਾਣੂ ਇੱਕ ਸੈੱਲ ਦਾ ਬਣਿਆ ਹੁੰਦਾ ਹੈ। ਆਨਸਰ ਹੈ ਜੀ ਇਹਦਾ ਟਰੂ। ਨੈਕਸਟ ਆਪਣੇ ਕੋਲ 4th ਨੰਬਰ ਤੇ ਲਿਕੁਇਡਸ ਆਰ ਐਟ देयर ਲੋਐਸਟ ਪ੍ਰੈਸ਼ਰ ਐਟ ਦਾ ਬਾਟਮ ਆਫ ਦਾ ਵੈਸਲ। ਤਰਲ ਭਾਂਡੇ ਦੇ ਤਲ ਤੇ ਆਪਣੇ ਸਭ ਤੋਂ ਘੱਟ ਦਬਾਅ ਤੇ ਹੁੰਦੇ ਹਨ। ਸੋ ਇਹਦਾ ਆਨਸਰ ਹੈ ਜੀ ਆਪਣੇ ਕੋਲ ਫਾਲਸ। ਨੈਕਸਟ 에ਅਰ ਇਜ਼ ਨੈਸੈਸਰੀ ਫॉर ਕੰਬਸ਼ਨ। ਹਵਾ ਬਲਣ ਦੇ ਲਈ ਜ਼ਰੂਰੀ ਹੈ। ਇਹ ਹੈ ਜੀ ਆਪਣੇ ਕੋਲ ਟਰੂ। ਨੈਕਸਟ ਪਾਂਡਾ ਇਜ਼ ਦਾ ਰੀਜਨਲ ਐਨੀਮਲ ਆਫ ਰਾਜਸਥਾਨ। ਪਾਂਡਾ ਰਾਜਸਥਾਨ ਦਾ ਖੇਤਰੀ ਜਾਨਵਰ ਹੈ। ਇਹ ਜੀ ਆਪਣੇ ਕੋਲ ਫਾਲਸ। ਨੈਕਸਟ ਫੇਕ ਜਵੈਲਰੀ ਇਜ਼ ਮੋਰ ਐਕਸਪੈਂਸਿਵ ਦੈਨ 골ਡ ਜਵੈਲਰੀ। ਨਕਲੀ ਗਹਿਣੇ ਸੋਨੇ ਦੇ ਗਹਿਣਿਆਂ ਨਾਲੋਂ ਮਹਿੰਗੇ ਹਨ। ਆਨਸਰ ਹੈ ਜੀ ਇਹਦਾ ਫਾਲਸ। ਨੈਕਸਟ ਆਪਣੇ ਕੋਲ 8 ਨੰਬਰ ਤੇ ਦਾ ਨਾਰਥ ਪੋਲ ਆਫ ਅ ਮੈਗਨੇਟ ਅਟਰੈਕਟਸ ਇਜ਼ ਸਾਊਥ ਪੋਲ। ਚੁੰਬਕ ਦਾ ਉੱਤਰੀ ਧਰੁਵ ਇਸ ਦੇ ਦੱਖਣੀ ਧਰੁਵ ਨੂੰ ਆਕਰਸ਼ਿਤ ਕਰਦਾ ਹੈ। ਆਨਸਰ ਹੈ ਜੀ ਇਹਦਾ ਟਰੂ। ਨੈਕਸਟ ਕੈਂਫੋਰ ਬਰਨ ਸ਼ੋਜ਼ ਰੈਪਿਡ ਕੰਬਸ਼ਨ। ਕਪੂਰ ਬਰਨ ਤੇਜ਼ ਬਲਨ ਨੂੰ ਦਰਸਾਉਂਦਾ ਹੈ। ਆਨਸਰ ਹੈ ਜੀ ਇਹਦਾ ਟਰੂ। ਨੈਕਸਟ ਕਟਿੰਗ ਆਫ ਟਰੀਜ਼ ਇਜ਼ ਅ ਨੈਚੁਰਲ ਕੋਜ਼ ਆਫ ਡੀਫੋਰੈਸਟੇਸ਼ਨ। ਰੁੱਖਾਂ ਦੀ ਕਟਾਈ ਜੰਗਲਾਂ ਦੀ ਕਟਾਈ ਦਾ ਇੱਕ ਕੁਦਰਤੀ ਕਾਰਨ ਹੈ। ਆਨਸਰ ਹੈ ਜੀ ਇਹਦਾ ਫਾਲਸ। ਨੈਕਸਟ ਅਗਮ ਆ ਜਾਂਦੇ ਆ ਜੀ ਸਿਲੈਕਟ ਦਾ ਕਰੈਕਟ ਆਨਸਰ ਟੂ ਦਾ ਕੁਐਸਚਨ ਗਿਵਨ ਬਿਲੋ। ਇਹ ਵੀ ਮਤਲਬ ਕਿ ਇੰਗਲਿਸ਼ ਤੇ ਪੰਜਾਬੀ ਦੋਨਾਂ ਦੇ ਵਿੱਚ ਹੀ ਨੇ। ਫਸਟ ਆਪਣੇ ਕੋਲ ਦਾ ਮੈਥਡ ਆਫ ਸੈਪਰੇਟਿੰਗ ਗ੍ਰੇਨ ਫਰੋਮ ਚੈਫ ਇਜ਼। ਤੂੜੀ ਤੋਂ ਅਨਾਜ ਨੂੰ ਵੱਖ ਕਰਨ ਦਾ ਤਰੀਕਾ ਕੀ ਹੈ? ਰਾਈਟ ਆਨਸਰ ਹੈ ਜੀ ਇਹਦਾ ਥ੍ਰੈਸ਼ਿੰਗ, ਪੰਜਾਬੀ ਜਿਹਨੂੰ ਕਹਿ ਦਿੰਦੇ ਨੇ ਗਹਾਈ। ਨੈਕਸਟ ਵਿਚ ਆਫ ਦਾ ਫੋਲੋਇੰਗ ਡਿਸੀਜ਼ਸ ਇਜ਼ ਪ੍ਰੀਵੈਂਟਡ ਬਾਈ ਵੈਕਸੀਨੇਸ਼ਨ। ਹੇਠ ਲਿਖੀਆਂ ਬਿਮਾਰੀਆਂ ਵਿੱਚੋਂ ਕਿਹੜੀਆਂ ਬਿਮਾਰੀਆਂ ਨੂੰ ਟੀਕਾਕਰਨ ਦੁਆਰਾ ਰੋਕਿਆ ਜਾ ਸਕਦਾ ਹੈ? ਪੋਲੀਓ। ਨੈਕਸਟ ਵਾਟ ਡਸ ਦਾ ਐਗ ਡਿਵੈਲਪ ਇਨ ਅ ਮੋਸਕੀਟੋ। ਮੱਛਰ ਵਿੱਚ ਅੰਡਾ ਵਿਕਸਿਤ ਹੋ ਕੇ ਕੀ ਬਣਦਾ ਹੈ? ਪੰਜਾਬੀ ਵਿੱਚ ਇਹਨੂੰ ਲਾਰਵਾ ਕਹਿੰਦੇ ਆ ਤੇ ਇੰਗਲਿਸ਼ ਵਿੱਚ ਇਹਨੂੰ ਕਹਿੰਦੇ ਆ ਲਾਰਵਾ। ਨੈਕਸਟ ਮਿਨੀਮਮ ਟੈਂਪਰੇਚਰ ਐਟ ਵਿਚ ਫਿਊਲ ਕੈਚਿਸ ਫਾਇਰ। ਕਹਿੰਦਾ ਘੱਟੋ ਘੱਟ ਤਾਪਮਾਨ ਜਿਸ ਤੇ ਬਾਲਣ ਅੱਗ ਫੜਦਾ ਹੈ ਉਹ ਹੈ ਜੀ ਆਪਣੇ ਕੋਲ ਆਪਸ਼ਨ ਨੰਬਰ ਸੀ ਇਗਨੀਸ਼ੀਅਨ ਟੈਂਪਰੇਚਰ, ਜਲਣ ਤਾਪਮਾਨ। ਨੈਕਸਟ 100% ਆਫ ਦੀ ਸਪੀਸੀਜ਼ ਇਜ਼ ਫਾਊਂਡ ਇਨ ਇੰਡੀਆ।
ਇਸ ਪ੍ਰਜਾਤੀ ਦੇ 100% ਜੀਵ ਭਾਰਤ ਵਿੱਚ ਪਾਏ ਜਾਂਦੇ ਹਨ। ਇਹ ਜੀ ਆਪਣੇ ਕੋਲ ਆਪਸ਼ਨ ਨੰਬਰ ਸੀ ਲਾਇਨ ਯਾਨੀ ਸ਼ੇਰ। ਨੈਕਸਟ, ਇਟ ਇਜ਼ ਅ ਗੁੱਡ ਕੰਡਕਟਰ ਆਫ ਇਲੈਕਟ੍ਰਿਸਿਟੀ, ਇਹ ਬਿਜਲੀ ਦਾ ਇੱਕ ਚੰਗਾ ਚਾਲਕ ਹੈ। ਰਾਈਟ ਆਂਸਰ ਇਜ਼ ਗ੍ਰੇਫਾਈਟ। ਨੈਕਸਟ, ਇਟ ਇਜ਼ ਕੋਟਡ ਓਵਰ ਦਾ ਰਿਮਸ ਆਫ ਵਹੀਕਲ, ਵਾਹਨਾਂ ਦੇ ਰਿਮਾਂ ਦੇ ਉੱਪਰ ਇਸ ਦੀ ਪਰਤ ਚੜਾਈ ਜਾਂਦੀ ਹੈ। ਰਾਈਟ ਆਂਸਰ ਇਜ਼ ਆਪਸ਼ਨ ਨੰਬਰ ਸੀ क्रोमियम। नेक्स्ट है जी अपने कोल मैच दा कॉलम। फर्स्ट अपने कोल बेरली एंड मस्टर्ड, ये है जी अपने कोल खारिफ क्रोप। नेक्स्ट मेज एंड पैडी, रबी क्रोप। नेक्स्ट पेंसिलम, फंगस यानी उल्ली। नेक्स्ट एग लेइंग एनिमल्स, ओविपोरस एनिमल्स यानी कहते हैं अंडज। नेक्स्ट फ्रिक्शन फोर्स यानी रगड़ बल। राइट आंसर है जी ਇਹਦਾ करंट स्टॉप द मोशन ऑफ ऑब्जेक्ट यानी वस्तु ਦੀ ਗਤੀ ਨੂੰ ਰੋਕਦਾ। नेक्स्ट अपने कोल ग्लास। ग्लास है जी अपने कोल नॉन कंब्यूस्टर यानी गैर जलाउण योग। नैक्सट स्टेट कैटल, पंजाब का राज पशु, ये जी अपने कोल ब्लैक डीर। नैक्सट अपने कोल सोर्स ऑफ इलैक्ट्रिक, ਇਹਦਾ आंसर है जी यानी बिजली धारा का स्रोत। आंसर है ਇਹਦਾ पावर सैल ऑफ पंजाब। नैक्सट आ जाएंगे अपने कोल 2 नंबर वाले क्वेश्चन, उस तो बाद 3 मार्क्स वाले क्वेश्चन। इन्हां सारिਆਂ ਨੂੰ मैं ਤੁਹਾਨੂੰ इंग्लिश एंड पंजाबी ਦੇ ਵਿੱਚ ਇਹਦੇ आंसर ਦਿਖਾ ਦਿੰਦਾ ਇੱਥੇ। ਇਵੇਂ ਤੁਹਾਡੇ ਉਹਨਾਂ ਕੁਐਸਚਨਾਂ ਤੋਂ ਇਲਾਵਾ ਜਿਹੜੇ ਮੈਂ ਤੁਹਾਨੂੰ ਹੁਣ ਦਿਖਾਏ ਨੇ 2 ਨੰਬਰ ਵਾਲੇ ਤੇ 3 ਨੰਬਰ ਵਾਲੇ, ਉਹਨਾਂ ਤੋਂ ਇਲਾਵਾ ਵੀ ਮੈਂ ਤੁਹਾਨੂੰ ਇੱਥੇ ਜਿਹੜੇ ਹੋਰ ਵੀ ਇੰਪੋਰਟੈਂਟ ਕੁਐਸਚਨ ਨਾਲ ਦੱਸੇ ਹੋਏ ਨੇ ਜਿਹੜੇ ਤੁਹਾਨੂੰ ਐਗਜ਼ਾਮ ਦੇ ਵਿੱਚ ਦੇਖਣ ਨੂੰ ਜ਼ਰੂਰ ਮਿਲ ਸਕਦੇ ਨੇ। ਜਿਸ ਤਰ੍ਹਾਂ ਇਹਦੇ ਵਿੱਚ ਹੈਗਾ ਆਪਣੇ ਕੋਲ ਕ੍ਰੌਪਸ ਗਰੋਨ ਇਨ ਵਿੰਟਰ ਆਰ ਕਾਲਡ ਰਬੀ ਕ੍ਰੌਪਸ। ਨੈਕਸਟ ਆਪਣੇ ਕੋਲ ਪ੍ਰੋਡਕਸ਼ਨ ਐਂਡ ਮੈਨੇਜਮੈਂਟ ਆਫ ਹਨੀ ਇਜ਼ ਕਾਲਡ ਐਪੀਕਲਚਰ। ਇਹ ਮੈਂ ਤੁਹਾਨੂੰ ਪਹਿਲਾਂ ਇੰਗਲਿਸ਼ ਵਾਲੇ ਨੂੰ ਦਿਖਾ ਦੂੰਗਾ, ਉਸ ਤੋਂ ਬਾਅਦ ਫਿਰ ਪੰਜਾਬੀ ਵਾਲੇ ਨੂੰ। ਸੇਮ ਇਹੀ ਕੁਐਸਚਨ ਫਿਰ ਪੰਜਾਬੀ ਦੇ ਵਿੱਚ ਦਿਖਾਉਂਗਾ ਤੁਹਾਨੂੰ ਮੈਂ। ਟਰੂ ਫਾਲਸ ਦੇ ਵਿੱਚ ਇੱਕ ਹੋਰ ਇੰਪੋਰਟੈਂਟ ਆਪਣੇ ਕੋਲ ਐਕਸੈਸਿਵ ਯੂਜ਼ ਆਫ ਫਰਟੀਲਾਈਜ਼ਰਸ ਕੈਨ ਟਰਨ ਸੋਇਲ ਐਸਿਡਿਕ ਔਰ ਬੇਸਿਕ ਟਰੂ। ਇਹ ਜਿਹੜੇ ਮੈਂ ਤੁਹਾਨੂੰ ਹੁਣ ਕੁਐਸਚਨ ਦਿਖਾਉਂਗਾ, ਜਿਹੜੇ ਮੈਂ ਤੁਹਾਨੂੰ ਹੁਣ ਪਹਿਲਾਂ ਸੈਂਪਲ ਪੇਪਰ 'ਚ ਦਿਖਾਏ ਨੇ, ਉਹਨਾਂ ਦੇ ਆਨਸਰ ਵੀ ਇਹਨਾਂ ਦੇ ਵਿੱਚ ਹੀ ਨੇ। ਵਾਟ ਡੂ ਯੂ ਮੀਨ ਬਾय ਟ੍ਰਾਂਸਪਲਾਂਟੇਸ਼ਨ? ਟ੍ਰਾਂਸਪਲਾਂਟੇਸ਼ਨ ਇਜ਼ ਦ ਪ੍ਰੋਸੈਸ ਆਫ growing seed of some plants in nursery and transplantation of grown plants in the field manually. For example, paddy is grown in small beds and after 20-30 days it is transplanted in the field. Next important ਆਪਣੇ ਕੋਲ write difference between manure and fertilizer। ਇਹ ਤੁਸੀਂ ਆਪਣਾ ਯਾਦ ਕਰ ਲਿਆ, ਜਿਹੜਾ ਸਕਰੀਨਸ਼ਾਟ ਲੈ ਕੇ ਤੁਸੀਂ ਰੱਖ ਸਕਦੇ ਹੋ। Next ਆਪਣੇ ਕੋਲ what is meant by dairy farming? Describe the various method of dairy farming। Next important ਆਪਣੇ ਕੋਲ name any 2 ancient method of irrigation। Persian wheel यानी halt and Hickley। Next, what is a plough? Plough is used for ploughing, tilling, turning over the soil and mixing the manure into soil. Next, अपने को what is a weed? Name any 2 weeds and 1 method of removing them. Next, what are biofertilizers? Next, अपने को second chapter ਦੇ ਵਿੱਚ ਇਹਦੇ ਇੰਪੋਰਟੈਂਟ ਆਪਣੇ ਕੋਲ describe various method to preserve food। Next, ਆਪਣੇ ਕੋਲ describe various method to preserve food। ਇਹ ਵੀ ਆਪਣੇ ਕੋਲ ਇੰਪੋਰਟੈਂਟ ਕੁਐਸਚਨ ਹੈ, ਇਹਦਾ ਤੁਸੀਂ ਸਕਰੀਨਸ਼ਾਟ ਲੈ ਕੇ ਤੁਸੀਂ ਰੱਖ ਸਕਦੇ ਹੋ, ਜਾਂ ਤੁਹਾਡੇ ਕੋਲ ਕਿਤੇ ਗਾਈਡ ਵਿੱਚ ਵੀ ਇੱਥੇ ਲਿਖਿਆ ਹੋ ਸਕਦਾ। ਇਹਦੇ 5-6 ਪੁਆਇੰਟ ਨੇ ਇਹਦੇ ਵਿੱਚ। ਜੇ ਤੁਹਾਨੂੰ ਛੋਟਾ ਆ ਗਿਆ ਤਾਂ ਤੁਸੀਂ ਮਤਲਬ ਕਿ 1-2 ਪੁਆਇੰਟ ਲਿਖ ਸਕਦੇ ਹੋ, ਜੇ ਤੁਹਾਨੂੰ ਵੱਡਾ ਆ ਗਿਆ ਤਾਂ ਫਿਰ ਤੁਸੀਂ 3 ਜਾਂ 4 ਪੁਆਇੰਟ ਜਿਹੜੇ ਉਹਦੇ ਲਿਖ ਕੇ ਆ ਸਕਦੇ ਹੋ। ਨੈਕਸਟ ਆਪਣਾ ਇੰਪੋਰਟੈਂਟ ਹੈਗਾ ਵਾਟ ਆਰ ਵਾਇਰਸ, ਨੇਮ 3 ਡਿਸੀਜ਼ ਕੋਜ਼ਡ ਬਾय ਵਾਇਰਸ। ਨੈਕਸਟ ਆਪਣੇ ਕੋਲ ਡਿਫਾਈਨ ਵੈਕਸੀਨੇਸ਼ਨ, ਨੇਮ 3 ਡਿਸੀਜ਼ ਵਿਚ ਕੈਨ ਬੀ ਪ੍ਰੀਵੈਂਟਡ ਥਰੂ ਵੈਕਸੀਨੇਸ਼ਨ। ਨੈਕਸਟ ਆਪਣੇ ਕੋਲ ਚੈਪਟਰ ਹੈਗਾ 4 ਕੰਬਸ਼ਨ ਐਂਡ ਫਲੇਮ। ਇਹਦੇ ਵਿੱਚ ਇੰਪੋਰਟੈਂਟ ਆਪਣੇ ਕੋਲ ਦਾ ਬਰਨਿੰਗ ਆਫ ਸੀਐਨਜੀ ਕੰਪਰੈਸਡ ਨੈਚੁਰਲ ਗੈਸ। ਇਹ ਵੀ ਮਤਲਬ ਕਿ ਕਈ ਵਾਰ ਛੋਟਾ ਕੁਐਸਚਨ ਬਣ ਕੇ ਆ ਜਾਂਦਾ ਵੀ ਸੀਐਨਜੀ ਦੀ ਫੁੱਲ ਫਾਰਮ ਕੀ ਹੈ? ਕੰਪਰੈਸਡ ਨੈਚੁਰਲ ਗੈਸ ਇਜ਼ ਐਨ ਐਗਜ਼ਾਮਪਲ ਆਫ, ਐਗਜ਼ਾਮਪਲ ਕਿਸ ਦੀ ਹੈ ਇਹ? ਰੈਪਿਡ ਕੰਬਸ਼ਨ ਦੀ। ਨੈਕਸਟ ਲਿਕੁਇਡ ਫਿਊਲ used in homes is LPG। ਇਹ ਵੀ ਤੁਸੀਂ ਦੇਖ ਲਿਓ LPG ਜਿਹੜਾ ਹੈਗਾ ਉਹ ਰੈਪਿਡ ਕੰਬਸ਼ਨ ਦੇ ਨਾਲ ਇਹਦੀ ਮੈਚਿੰਗ ਹੈ। ਨੈਕਸਟ ਆਪਣੇ ਕੋਲ ਡਿਫਾਈਨ ਇਗਨੀਸ਼ਨ ਟੈਂਪਰੇਚਰ, the minimum temperature at which a substance catches fire is called its ignition temperature। ਨੈਕਸਟ ਆਪਣੇ ਕੋਲ water is not used to control fires involving electrical equipment, why? next name the unit to measure the calorific value of fuel, kilojoules per kilogram। next what are different parts for a candle flame? explain using label diagram। ਕੈਂਡਲ ਫਲੇਮ ਦੀ ਜਿਹੜੀ ਡਾਇਗਰਾਮ ਦੀ ਜਿਹੜੀ ਆ ਕੁਐਸਚਨ ਜਿਹੜਾ ਜ਼ਰੂਰ ਆਉਂਦਾ ਹੁੰਦਾ, ਇਹ ਵੀ ਤੁਸੀਂ ਮਤਲਬ ਕਿ ਪ੍ਰੈਕਟਿਸ ਜ਼ਰੂਰ ਕਰਕੇ ਜਾਇਓ ਇਹਦੀ ਪਿਕਚਰ ਬਣਾਉਣ ਦੀ। ਨੈਕਸਟ ਆਪਣੇ ਕੋਲ ਕੰਜ਼ਰਵੇਸ਼ਨ ਆਫ ਪਲਾਂਟਸ ਐਂਡ ਐਨੀਮਲਸ। ਇਹਦੇ ਵਿੱਚ ਇੱਕ ਆਪਣੇ ਕੋਲ ਸੈਕਿੰਡ ਹੈ ਡੈਸ਼ ਸਪੀਸੀਜ਼ ਆਰ ਫਾਊਂਡ ਓਨਲੀ ਇਨ ਅ ਪਾਰਟਿਕੂਲਰ ਏਰੀਆ, ਐਂਡੇਮਿਕ। ਫਸਟ ਜਿਹੜੀ ਆਪਾਂ ਫਿਲਿੰਗ ਦੀ ਬਲੈਂਕ ਚ ਪਹਿਲਾਂ ਕਰਵਾ ਚੁੱਕੇ ਆ, ਇਹ ਜਿਹੜੀ ਮੈਂ ਪਹਿਲਾਂ ਕਰਵਾ ਚੁੱਕਿਆ ਉਹਦੇ ਵਿੱਚ ਨਿਸ਼ਾਨੀਆਂ ਨਹੀਂ ਲਾ ਰਿਹਾ। ਜਿਹੜੇ ਨਹੀਂ ਕਰਾਏ ਉਹਨਾਂ ਵਿੱਚੋਂ ਵੀ ਇੰਪੋਰਟੈਂਟ ਕਿਹੜੇ ਨੇ ਉਹ ਮੈਂ ਤੁਹਾਨੂੰ ਐਕਸਟਰਾ ਇੱਥੇ ਦੱਸ ਰਿਹਾ।
ਤੇ ਜਿਹੜੇ ਕੁਐਸਚਨ ਮੈਂ ਤੁਹਾਨੂੰ 2 ਤੇ 3 ਨੰਬਰ ਵਾਲੇ ਦਿਖਾਏ ਹੋਏ ਨੇ ਉਹਦੇ ਵੀ ਮਤਲਬ ਕਿ ਤੁਹਾਨੂੰ ਆਨਸਰ ਜਿਹੜੇ ਇਹਦੇ ਵਿੱਚ ਹੀ ਮਿਲ ਜਾਣਗੇ। ਵਾਟ ਇਜ਼ ਰੈਡ ਡਾਟਾ ਬੁੱਕ, ਇਹ ਬਹੁਤ ਹੀ ਇੰਪੋਰਟੈਂਟ ਜਿਹੜਾ ਕੁਐਸਚਨ ਹੈ, ਇਹ ਤੁਸੀਂ ਜ਼ਰੂਰ ਕਰਕੇ ਜਾਇਓ। ਨੈਕਸਟ ਆਪਣੇ ਕੋਲ ਰਾਈਟ ਵੇਰੀਅਸ ਕਾਜ਼es ਆਫ ਡੀਫੋਰੈਸਟੇਸ਼ਨ। ਨੈਕਸਟ ਇੰਪੋਰਟੈਂਟ ਨੇਮ ਐਨੀ 2 ਮਾਈਗ੍ਰੇਟਰੀ ਬਰਡਸ that you have watched at the lake of wetland। next name any 2 district of Kandy area of Punjab, Roopnagar and Hoshiarpur। next what are the consequences of deforestation। next what is difference between endangered species and extinct species, ਇਹ ਵੀ ਤੁਸੀਂ ਜ਼ਰੂਰ ਕਰਕੇ ਜਾਇਓ, ਇੰਪੋਰਟੈਂਟ ਹੈ ਵੈਰੀ। what do you mean by deforestation and reforestation। next ਆਪਣੇ ਕੋਲ name any 2 natural causes of deforestation, droughts and forest fire। next chapter ਆਪਣੇ ਕੋਲ reproduction in animals, ਇਹਦਾ ਇੰਪੋਰਟੈਂਟ ਹੈ binary fission occurs in amoeba। ਇੱਕ ਆਪਣੇ ਕੋਲ ਫਸਟ ਦੇ ਵਿੱਚ ਹੀ the process of fusion of sperm and ovum is known as fertilization। next ਆਪਣੇ ਕੋਲ explain the difference between viviparous and oviparous animals। next difference between zygote and fetus are as follows, ਇਹਨਾਂ ਦਾ ਡਿਫਰੈਂਟ ਦੱਸਣਾ ਹੈ, ਇਹ ਵੀ ਮਤਲਬ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਨੈਕਸਟ ਐਕਸਪਲੇਨ ਫਰਟੀਲਾਈਜੇਸ਼ਨ, ਵਾਟ ਇਜ਼ ਡਿਫਰੈਂਸ ਬਿਟਵੀਨ ਐਕਸਟਰਨਲ ਫਰਟੀਲਾਈਜੇਸ਼ਨ ਐਂਡ ਇੰਟਰਨਲ ਫਰਟੀਲਾਈਜੇਸ਼ਨ, ਇਹ ਵੀ ਵੈਰੀ ਇੰਪੋਰਟੈਂਟ ਹੈ। ਨੈਕਸਟ ਆਪਣੇ ਕੋਲ ਵਾਟ ਇਜ਼ ਦਾ ਡਿਫਰੈਂਸ ਬਿਟਵੀਨ ਸੈਕਸੁਅਲ ਰਿਪਰੋਡਕਸ਼ਨ ਐਂਡ ਸੈਕਸੁਅਲ ਰਿਪਰੋਡਕਸ਼ਨ। ਨੈਕਸਟ ਆਪਣੇ ਕੋਲ ਚੈਪਟਰ 8 ਫੋਰਸ ਐਂਡ ਪ੍ਰੈਸ਼ਰ। ਫਸਟ ਕੁਐਸਚਨ ਇਜ਼ ਵੈਰੀ ਇੰਪੋਰਟੈਂਟ, ਵਾਟ ਇਜ਼ ਫੋਰਸ। ਨੈਕਸਟ ਵਾਟ ਇਜ਼ ਫੋਰਸ ਆਫ ਫ੍ਰਿਕਸ਼ਨ ਐਂਡ ਵਾਟ ਇਜ਼ ਇਲੈਕਟ੍ਰੋਸਟੈਟਿਕ ਫੋਰਸ। ਨੈਕਸਟ ਵਾਈ ਇਟ ਇਜ਼ ਈਜ਼ੀਅਰ ਟੂ ਪੁਸ਼ ਅ ਨੇਲ ਇਨ ਦਾ ਵੁੱਡ ਵਿਦ ਪੁਆਇੰਟਡ ਐਂਡ ਦੈਨ ਦਾ ਹੈਡ। Next is gravitational force is a universal force, yes gravitational force is a universal force। next difference between contact and non-contact forces, contact forces and non-contact, ਇਹਦਾ difference ਜਿਹੜਾ ਤੁਸੀਂ ਯਾਦ ਕਰਕੇ ਜਾਣਾ। next what are type of forces, contact forces and non-contact forces। next important pressure is force per unit area, filling ਦੀ blank ਬਣ ਕੇ ਆ ਸਕਦੀ ਹੈ ਇਹਦੀ। and fifth number ਤੇ a charged body attracts an uncharged body towards it। last ਵਿੱਚ ਆਪਣੇ ਕੋਲ chapter 11 chemical effects of electricity, ਇਹਦੇ ਚ ਇੰਪੋਰਟੈਂਟ ਆਪਣੇ ਕੋਲ draw label diagram of an electric tester, ਇਹ ਤੁਸੀਂ ਇਹਦੀ ਪਿਕਚਰ ਜਿਹੜੀ ਆ ਉੱਥੇ ਡਰਾ ਕਰਕੇ ਆਉਣੀ ਹੈ, ਕੁਐਸਚਨ ਆ ਸਕਦਾ। ਨੈਕਸਟ ਇੰਪੋਰਟੈਂਟ why do electrician wear rubber shoes and rubber gloves। next important what is the magnetic compass and next ਆਪਣੇ ਕੋਲ define electric current। ਇਹ ਸੀਗੇ ਆਪਣੇ ਕੋਲ ਇੰਗਲਿਸ਼ ਦੇ ਵਿੱਚ ਜਿਹੜੇ ਇੰਪੋਰਟੈਂਟ ਕੁਐਸਚਨ ਆਨਸਰ ਸੀਗੇ। ਹੁਣ ਆਪਾਂ ਦੇਖ ਲੈਣਾ ਇਹਨਾਂ ਨੂੰ ਪੰਜਾਬੀ ਦੇ ਵਿੱਚ। ਇਹਦੇ ਵਿੱਚ ਹੈਗਾ ਆਪਣੇ ਕੋਲ ਸਰਦੀਆਂ ਵਿੱਚ ਬੀਜੀਆਂ ਜਾਣ ਵਾਲੀਆਂ ਫਸਲਾਂ ਨੂੰ ਰੱਬੀ ਦੀਆਂ ਫਸਲਾਂ ਕਹਿੰਦੇ ਹਨ। ਸ਼ਹਿਦ ਦੇ ਉਤਪਾਦਨ ਅਤੇ ਪ੍ਰਬੰਧਨ ਨੂੰ ਮਧੂਮੱਖੀ ਪਾਲਣ ਕਿਹਾ ਜਾਂਦਾ ਹੈ। ਨੈਕਸਟ ਇੰਪੋਰਟੈਂਟ ਰਸਾਇਣਕ ਖਾਦਾਂ ਦੀ ਵਰਤੋਂ ਨਾਲ ਮਿੱਟੀ ਤੇਜ਼ਾਬੀ ਜਾਂ ਖਾਰੀ ਹੋ ਜਾਂਦੀ ਹੈ, ਟਰੂ। ਨੈਕਸਟ ਆਪਣੇ ਕੋਲ ਰੂੜੀ ਖਾਦ ਅਤੇ ਰਸਾਇਣਕ ਖਾਦ ਵਿੱਚ ਅੰਤਰ ਦੱਸੋ। ਰੂੜੀ ਖਾਦ ਤੇ ਰਸਾਇਣਕ ਖਾਦ ਦਾ ਕੁਐਸਚਨ ਜਿਹੜਾ ਮੋਸਟਲੀ ਆਪਾਂ ਨੂੰ ਪੇਪਰਾਂ ਦੇ ਵਿੱਚ ਦੇਖਣ ਨੂੰ ਮਿਲਦਾ। ਉਸ ਤੋਂ ਬਾਅਦ ਹੈਗਾ ਜੀ ਆਪਣੇ ਕੋਲ ਡੇਅਰੀ ਫਾਰਮਿੰਗ ਤੋਂ ਕੀ ਭਾਵ ਹੈ। ਡੇਅਰੀ ਫਾਰਮਿੰਗ ਦੀਆਂ ਵੱਖ-ਵੱਖ ਪੱਤੀਆਂ ਦਾ ਵਰਣਨ ਕਰੋ। ਨੈਕਸਟ ਆਪਣੇ ਕੋਲ ਸਿੰਚਾਈ ਦੇ ਕੋਈ 2 ਪੁਰਾਤਨ ਢੰਗਾਂ ਦੇ ਨਾਮ ਦੱਸੋ, ਹਲਟ ਢੇਕਲੀ। ਨੈਕਸਟ ਹੈਗਾ ਨਦੀਨ ਕੀ ਹੁੰਦਾ ਹੈ, 2 ਨਦੀਨਾਂ ਦਾ ਨਾਮ ਲਿਖੋ ਤੇ ਨਦੀਨ ਕੱਢਣ ਦਾ ਇੱਕ ਢੰਗ ਲਿਖੋ। ਨੈਕਸਟ ਆਪਣੇ ਕੋਲ ਹਰੀ ਖਾਦ ਕੀ ਹੈ। ਨੈਕਸਟ ਚੈਪਟਰ ਆਪਣੇ ਕੋਲ ਸੈਕਿੰਡ ਸੂਖਮ ਜੀਵ, ਦੋਸਤ ਅਤੇ ਦੁਸ਼ਮਣ। ਇਹਦੇ ਵਿੱਚ ਆਪਣੇ ਕੋਲ ਭੋਜਨ ਦੀ ਸੰਭਾਲ ਦੇ ਵੱਖ-ਵੱਖ ਢੰਗ ਲਿਖੋ। ਸੁਕਾਉਣਾ, ਖੰਡ ਅਤੇ ਲੂਣ ਨਾਲ ਭੋਜਨ ਦੀ ਸੰਭਾਲ, ਸਿਰਕੇ ਨਾਲ ਸੰਭਾਲ, ਗਰਮ ਅਤੇ ਠੰਡਾ ਉਪਚਾਰ, ਹਵਾ ਰਹਿਤ ਪੈਕਿੰਗ, ਠੰਡਾ ਜਮਾਉਣਾ। ਇਹ ਮਤਲਬ ਕਿ ਜੇ ਤੁਹਾਡੇ ਕੋਲ 2 ਜਾਂ ਮਤਲਬ 3 ਨੰਬਰ ਦਾ ਕੁਐਸਚਨ ਆਇਆ ਤਾਂ ਤੁਸੀਂ ਮਤਲਬ ਕਿ 2-3 ਪੁਆਇੰਟ ਲਿਖ ਸਕਦੇ ਹੋ। ਜੇ ਇਸ ਤੋਂ ਵੱਧ ਨੰਬਰ ਦਾ ਆਇਆ ਤਾਂ ਫਿਰ ਤੁਸੀਂ 4 ਜਾਂ 5 ਪੁਆਇੰਟ ਵੀ ਲਿਖ ਸਕਦੇ ਹੋ। ਨੈਕਸਟ ਆਪਣੇ ਕੋਲ ਭੋਜਨ ਦਾ ਵਿਸ਼ੈਲਾਪਨ ਕੀ ਹੈ। ਨੈਕਸਟ ਆਪਣੇ ਕੋਲ ਜਾਲਣ ਅਤੇ ਲਾਟ। ਇਹਦੇ ਵਿੱਚ ਆਪਣੇ ਕੋਲ ਨਪੀੜਤ ਕੁਦਰਤੀ ਗੈਸ ਦਾ ਬਣਨਾ ਕਿਸ ਦੀ ਉਦਾਹਰਨ ਹੈ, ਤੇਜ਼ ਬਲਣ ਦੀ। ਨੈਕਸਟ ਡੈਸ਼ ਘਰਾਂ ਵਿੱਚ ਵਰਤਿਆ ਜਾਣ ਵਾਲਾ ਇੱਕ ਤਰਲ ਬਾਲਣ ਹੈ, LPG। ਨੈਕਸਟ ਹੈਗਾ ਆਪਣੇ ਕੋਲ ਮੋਮਬੱਤੀ ਦੀ ਲਾਟ ਦੇ ਵੱਖ-ਵੱਖ ਭਾਗ ਕਿਹੜੇ-ਕਿਹੜੇ ਹਨ, ਲੇਬਲ ਕੀਤੇ ਚਿੱਤਰ ਦੀ ਵਰਤੋਂ ਕਰਕੇ ਸਮਝਾਓ। ਇਹ ਤੁਹਾਨੂੰ ਇਸ ਤਰ੍ਹਾਂ ਥਿਊਰੀ ਵਿੱਚ ਵੀ ਆ ਸਕਦਾ ਹੈ ਤੇ ਇਹਦਾ ਇੱਕ ਡਾਇਗਰਾਮ ਬਣਾਉਣ ਦਾ ਕੁਐਸਚਨ ਵੀ ਆ ਸਕਦਾ ਹੈ। ਡਾਇਗਰਾਮ ਤੁਸੀਂ ਆਪਣੀ ਪ੍ਰੈਕਟਿਸ ਕਰਕੇ ਜਾਇਓ, ਮੋਸਟਲੀ ਜਿਹੜਾ ਕੁਐਸਚਨ ਹੈ ਹਮੇਸ਼ਾ ਆਉਂਦਾ ਹੀ ਆਉਂਦਾ। ਨੈਕਸਟ ਆਪਣੇ ਕੋਲ ਬਾਲਣ ਕੀ ਹੁੰਦਾ ਹੈ, ਇਸ ਦੀਆਂ ਕਿਸਮਾਂ ਦੱਸੋ। ਫਿਰ ਨੈਕਸਟ ਕਿਸੇ ਬਾਲਣ ਦੇ ਕੈਲੋਰੀ ਮੁੱਲ ਦੀ ਪਰਿਭਾਸ਼ਾ ਦਿਓ, ਇਸ ਦੀ ਇਕਾਈ ਦੱਸੋ। ਉਸ ਤੋਂ ਬਾਅਦ ਬਾਲਣ ਦੇ ਕੈਲੋਰੀ ਮੁੱਲ ਨੂੰ ਮਾਪਣ ਦੀ ਇਕਾਈ ਦੱਸੋ। ਨੈਕਸਟ ਪਾਣੀ ਦੀ ਵਰਤੋਂ ਬਿਜਲੀ ਨਾਲ ਜੁੜੀ ਅੱਗ ਨੂੰ ਕੰਟਰੋਲ ਕਰਨ ਲਈ ਕਿਉਂ ਨਹੀਂ ਕੀਤੀ ਜਾਂਦੀ। ਨੈਕਸਟ ਜਲਨ ਤਾਪਮਾਨ ਨੂੰ ਪਰਿਭਾਸ਼ਿਤ ਕਰੋ। ਨੈਕਸਟ ਆਪਣੇ ਕੋਲ ਪੌਦਿਆਂ ਤੇ ਜੰਤੂਆਂ ਦੀ ਸੁਰੱਖਿਆ। ਇਹਦੇ 'ਚ ਆਪਣੇ ਕੋਲ ਖਤਰੇ ਵਿੱਚ ਪ੍ਰਜਾਤੀਆਂ ਤੇ ਅਲੋਪ ਹੋ ਚੁੱਕੀਆਂ ਪ੍ਰਜਾਤੀਆਂ ਵਿਚਕਾਰ ਕੀ ਅੰਤਰ ਹੈ। ਨੈਕਸਟ ਰੈੱਡ ਡਾਟਾ ਬੁੱਕ ਕੀ ਹੈ, ਇਹ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ, ਤਕਰੀਬਨ ਆਉਂਦਾ ਹੀ ਆਉਂਦਾ ਐਗਜ਼ਾਮ ਦੇ ਵਿੱਚ। ਨੈਕਸਟ ਪੰਜਾਬ ਦੇ ਕੰਢੀ ਖੇਤਰ ਦੇ 2 ਜ਼ਿਲ੍ਹਿਆਂ ਦੇ ਨਾਮ ਲਿਖੋ, ਰੂਪਨਗਰ ਅਤੇ ਹੁਸ਼ਿਆਰਪੁਰ। ਨੈਕਸਟ ਅਜਿਹੇ 2 ਪ੍ਰਵਾਸੀ ਪੰਛੀਆਂ ਦੇ ਨਾਮ ਲਿਖੋ ਜੋ ਤੁਸੀਂ ਝੀਲ ਜਾਂ ਜਲਗਾਹ ਨੇੜੇ ਦੇਖੇ ਹਨ, ਸਪੂਨਬਿਲ, ਸ਼ੈਲ ਡੱਕ, ਪੇਂਟਡ ਸਟੋਰਕ ਆਦਿ ਪੰਛੀ। ਨੈਕਸਟ ਜੰਗਲਾਂ ਦੇ ਨਸ਼ਟ ਹੋਣ ਦੇ ਕੀ ਸਿੱਟੇ ਹੁੰਦੇ ਹਨ। ਉਸ ਤੋਂ ਬਾਅਦ ਆਈ ਜੰਗਲਾਂ ਦੇ ਨਸ਼ਟ ਹੋਣ ਦੇ ਵੱਖ-ਵੱਖ ਕਾਰਨ ਲਿਖੋ। ਨੈਕਸਟ ਤੁਸੀਂ ਜੰਗਲਾਂ ਦੇ ਨਸ਼ਟ ਹੋਣ ਅਤੇ ਮੁੜ
ਜੰਗਲ ਲਗਾਉਣ ਤੋਂ ਕੀ ਸਮਝਦੇ ਹੋ। ਨੈਕਸਟ ਜੰਗਲ ਦੇ ਨਸ਼ਟ ਹੋਣ ਦੇ ਦੋ ਕੁਦਰਤੀ ਕਾਰਨ ਲਿਖੋ, ਸੋਕਾ ਤੇ ਜੰਗਲਾਂ ਦੀ ਅੱਗ। ਨੈਕਸਟ ਆਪਣੇ ਕੋਲ ਜੰਤੂਆਂ ਦੇ ਵਿੱਚ ਪ੍ਰਜਨਨ, ਇਹਦੇ ਵਿੱਚ ਇੰਪੋਰਟੈਂਟ ਆਪਣੇ ਕੋਲ ਡੈਸ਼ ਵਿੱਚ ਦੋ ਖੰਡਨ ਹੁੰਦਾ ਹੈ ਅਮੀਬੀ ਦੇ ਵਿੱਚ। ਇਹਦੇ ਵਿੱਚ ਇੰਪੋਰਟੈਂਟ ਆਪਣੇ ਕੋਲ ਡੈਸ਼ ਵਿੱਚ ਦੋ ਖੰਡਨ ਹੁੰਦਾ ਹੈ ਅਮੀਬਾ। ਇੱਕ ਆਪਣੇ ਕੋਲ ਸ਼ੁਕਰਾਣੂ ਅਤੇ ਅੰਡਾਣੂ ਦੇ ਮੇਲ ਹੋਣ ਦੀ ਕਿਰਿਆ ਨੂੰ ਨਿਸ਼ੇਚਨ ਕਹਿੰਦੇ ਹਨ। ਨੈਕਸਟ ਆਪਣੇ ਕੋਲ ਅਲਿੰਗੀ ਪ੍ਰਜਨਨ ਅਤੇ ਲਿੰਗੀ ਪ੍ਰਜਨਨ ਵਿਚਕਾਰ ਅੰਤਰ ਲਿਖੋ। ਇਹਦੇ ਵੀ ਆਪਣੇ ਕੋਲ 5 ਪੁਆਇੰਟ ਬਣ ਜਾਂਦੇ ਆ। ਨੈਕਸਟ ਹੈਗਾ ਜੇਰਜ ਅਤੇ ਅੰਡਜ ਵਿਚਕਾਰ ਅੰਤਰ ਸਪਸ਼ਟ ਕਰੋ। ਨੈਕਸਟ ਨਿਸ਼ੇਚਨ ਕਿਰਿਆ ਦਾ ਵਰਣਨ ਕਰੋ। ਬਾਹਰੀ ਨਿਸ਼ੇਚਨ ਅਤੇ ਅੰਦਰੂਨੀ ਨਿਸ਼ੇਚਨ ਵਿਚਕਾਰ ਕੀ ਅੰਤਰ ਹੈ। ਇਹਦੇ ਮਤਲਬ ਕਿ ਇੰਪੋਰਟੈਂਟ ਕੁਐਸਚਨ ਹੈ ਵਾਲਾ। ਨੈਕਸਟ ਯੁਗਮਜ ਅਤੇ ਭਰੂਣ ਵਿਚਕਾਰ ਅੰਤਰ ਇਸ ਪ੍ਰਕਾਰ ਹੈ। ਨੈਕਸਟ ਆਪਣੇ ਕੋਲ ਆ ਜਾਂਦਾ ਬਲ ਅਤੇ ਦਬਾਓ। ਇਹਦੇ ਚ ਫਸਟ ਕੁਐਸਚਨ ਇੰਪੋਰਟੈਂਟ ਹੈ, ਬਲ ਕੀ ਹੈ। ਨੈਕਸਟ ਸੰਪਰਕ ਅਤੇ ਗੈਰ ਸੰਪਰਕ ਬਲ ਦੀਆਂ ਦੋ ਉਦਾਹਰਨਾਂ ਦਿਓ। ਨੈਕਸਟ ਰਗੜ ਬਲ ਕੀ ਹੁੰਦਾ ਹੈ। ਫਿਰ ਉਸ ਤੋਂ ਬਾਅਦ ਸਥਿਰ ਬਿਜਲਈ ਬਲ ਕੀ ਹੈ। ਫਿਰ ਨੈਕਸਟ ਕਿੱਲ ਨੂੰ ਕਿਸੇ ਸਤ੍ਹਾ ਦੇ ਤਿੱਖੇ ਸਿਰੇ ਤੋਂ ਠੋਕਣਾ ਜ਼ਿਆਦਾ ਸੌਖਾ ਹੁੰਦਾ ਹੈ ਕਿਉਂ। ਨੈਕਸਟ ਸੰਪਰਕ ਅਤੇ ਗੈਰ ਸੰਪਰਕ ਬਲਾਂ ਵਿਚਕਾਰ ਅੰਤਰ ਸਪਸ਼ਟ ਕਰੋ। ਫਿਰ ਉਸ ਤੋਂ ਬਾਅਦ ਹੈਗਾ ਬਲ ਕਿੰਨੇ ਪ੍ਰਕਾਰ ਦੇ ਹੁੰਦੇ ਹਨ। ਸੰਪਰਕ ਬਲ ਤੇ ਗੈਰ ਸੰਪਰਕ ਬਲ ਦੋ ਪ੍ਰਕਾਰ ਦੇ ਹੁੰਦੇ ਹਨ। ਨੈਕਸਟ ਲਾਸਟ ਵਿੱਚ ਆਪਣੇ ਕੋਲ ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ। ਇਹਦੇ ਵਿੱਚ ਆਪਣੇ ਕੋਲ ਇਲੈਕਟ੍ਰਿਕ ਟੈਸਟਰ ਦਾ ਇੱਕ ਅੰਕਿਤ ਚਿੱਤਰ ਬਣਾਓ। ਇਹ ਵੀ ਇੱਕ ਚਿੱਤਰ ਜਿਹੜਾ ਤੁਸੀਂ ਪ੍ਰੈਕਟਿਸ ਕਰਕੇ ਜਾਇਓ ਯਾਦ ਨਾਲ। ਨੈਕਸਟ ਆਪਣੇ ਕੋਲ ਬਿਜਲੀ ਕਰਮੀ ਰਬੜ ਦੇ ਦਸਤਾਨੇ ਤੇ ਜੁੱਤੀ ਕਿਉਂ ਪਹਿਨਦੇ ਹਨ। ਨੈਕਸਟ ਆਪਣੇ ਕੋਲ ਚੁੰਬਕੀ ਕੰਪਾਸ ਕੀ ਹੈ। ਫਿਰ ਉਸ ਤੋਂ ਬਾਅਦ ਹੈ ਜੀ ਇੱਕ ਤਾਰ ਵਿੱਚੋਂ ਲੰਘਦੀ ਬਿਜਲੀ ਧਾਰਾ ਜਾਂ ਕਰੰਟ ਦਾ ਪਤਾ ਲਗਾਉਣ ਲਈ ਕਿਹੜੇ ਯੰਤਰ ਦਾ ਪ੍ਰਯੋਗ ਕੀਤਾ ਜਾਂਦਾ ਹੈ। ਨੈਕਸਟ ਬਿਜਲੀ ਧਾਰਾ ਕੀ ਹੈ। ਸੋ ਇਹ ਸੀ ਸਾਡੇ ਕੋਲ 8th ਕਲਾਸ ਦੇ ਸਾਇੰਸ ਦੇ ਇੰਪੋਰਟੈਂਟ ਕੁਐਸਚਨ ਆਨਸਰ। ਜਿੰਨੇ ਵੀ ਸਟੂਡੈਂਟ ਮੈਂ ਤੁਹਾਨੂੰ ਕੁਐਸਚਨ ਦਿਖਾਏ ਨੇ, ਤੁਸੀਂ ਜਿਹੜੀ ਵੀਡੀਓ ਦੇਖੋਗੇ ਉਹਨਾਂ ਦੇ ਵਿੱਚ ਜਿਹੜੇ ਵੀ ਤੁਹਾਨੂੰ ਕੁਐਸਚਨ ਦਿਖਾਏ ਹੋਣਗੇ, ਮੋਸਟਲੀ ਜੇ ਤਾਂ ਆਨਸਰ ਕਿਸੇ ਨੇ ਦੱਸੇ ਨੇ ਤਾਂ ਠੀਕ ਹੈ, ਨਹੀਂ ਤਾਂ ਜਿਹੜੇ ਉਹਨਾਂ ਦੇ ਆਨਸਰ ਹੋਣਗੇ ਤਕਰੀਬਨ ਇਹੀ ਕੁਐਸਚਨ ਹੋਣਗੇ ਜਿਨ੍ਹਾਂ ਦੇ ਆਨਸਰ ਜਿਹੜੇ ਤੁਸੀਂ ਇੱਥੇ ਦੇਖ ਸਕਦੇ ਹੋ। ਸੋ ਇਸ ਕਰਕੇ ਆਈ ਹੋਪ ਤੁਹਾਨੂੰ ਇੱਕੋ ਵੀਡੀਓ ਜਿਹੜੀ ਆ ਬਹੁਤ ਜਿਹੜੀ ਹੈਲਪਫੁਲ ਰਹੂਗੀ। ਤੁਹਾਡਾ ਐਗਜ਼ਾਮ ਜਿਹੜਾ ਬਹੁਤ ਵਧੀਆ ਹੋਊਗਾ ਔਰ ਮੋਸਟਲੀ ਕੁਐਸਚਨ ਜਿਹੜੇ ਹੈਗੇ ਇਹਦੇ ਵਿੱਚੋਂ ਹੀ ਆਉਣਗੇ। ਸੋ ਜੁੜੇ ਰਹੋ ਜੀ ਫਿਰ ਜੈਸਟ ਦੇ ਨਾਲ। ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ ਵੈਰੀ